ਗੁੱਡ ਮਾਰਨਿੰਗ एवरीवन। ਬੱਚਿਓ ਅੱਜ ਅਸੀਂ ਪਾਠ ਚੌਥਾ ਮਾਂ ਬੋਲੀ ਪੰਜਾਬੀ ਕਰਾਂਗੇ। ਪਾਠ ਸ਼ੁਰੂ ਕਰਨ ਤੋਂ ਪਹਿਲਾਂ ਦੱਸਾਂਗੇ ਕਿ ਕਵੀ ਨੇ ਮਾਂ ਬੋਲੀ ਪੰਜਾਬੀ ਦੀ ਮਹਾਨਤਾ ਨੂੰ ਦੱਸਿਆ ਹੈ, ਯਾਨੀ ਕਿ ਦੱਸਿਆ ਕਿ ਜੋ ਪੰਜਾਬੀ ਲੈਂਗੁਏਜ ਹੈ, ਪੰਜਾਬੀ ਬੋਲੀ ਹੈ, ਉਹ ਕਿੰਨੀ ਮਹਾਨ ਹੈ। ਪੰਜਾਬੀ ਬੋਲੀ ਨੂੰ ਸਾਰੇ ਵਿਦਵਾਨਾਂ ਨੇ ਅਪਣਾਇਆ ਹੈ ਅਤੇ ਇਸਦੀ ਕਦਰ ਵੀ ਜਾਣੀ ਹੈ। ਕਹਿਣ ਦਾ ਭਾਵ ਹੈ ਕਿ ਪੰਜਾਬੀ ਹੀ ਇੱਕ ਐਸੀ ਭਾਸ਼ਾ ਹੈ ਜਿਸ ਵਿੱਚ ਇਨਸਾਨ ਆਪਣੇ ਮਨ ਦੇ ਭਾਵਾਂ ਨੂੰ ਆਸਾਨੀ ਦੇ ਨਾਲ ਦੂਸਰੇ ਦੇ ਅੱਗੇ ਪ੍ਰਗਟ ਕਰ ਸਕਦਾ ਹੈ। ਠੀਕ ਹੈ। ਔਰ ਦੂਸਰਾ ਮਾਂ ਬੋਲੀ ਉਸ ਨੂੰ ਆਖਦੇ ਹਨ ਜੋ ਬੱਚਾ ਸ਼ੁਰੂ ਤੋਂ ਬੱਚਾ ਆਪਣੀ ਮਾਂ ਤੋਂ ਸਿੱਖਦਾ ਹੈ, ਉਸਨੂੰ ਉਸ ਮਾਂ ਬੋਲੀ ਆਖਦੇ ਹਨ। ਤਾਂ ਆਓ ਬੱਚਿਓ ਅੱਜ ਅਸੀਂ ਆਪਣਾ ਪਾਠ ਚੌਥਾ ਸ਼ੁਰੂ ਕਰਦੇ ਹਾਂ। ਭਾਸ਼ਾਵਾਂ ਹੋਰ ਵੀ ਸਿੱਖੋ ਬੀਬਾ, ਆਪਣੀ ਨਾ ਗਵਾਓ, ਰਾਣੀ ਹੈ ਪੰਜਾਬੀ ਬੋਲੀ, ਇਸ ਦੀ ਸ਼ਾਨ ਵਧਾਓ। ਕਵੀ ਆਖਦਾ ਹੈ ਕਿ ਭਾਸ਼ਾ ਤਾਂ ਹੋਰ ਵੀ ਹੈ, ਹਿੰਦੀ ਇੰਗਲਿਸ਼ ਪੰਜਾਬੀ, ਹਿੰਦੀ ਹੈ, ਇੰਗਲਿਸ਼ ਹੈ, ਤੇਲਗੂ, ਤਮਿਲ, ਯਾਨੀ ਕਿ ਅਲੱਗ ਅਲੱਗ ਕਿੰਨੀਆਂ ਹੀ ਲੈਂਗੁਏਜ ਨੇ, ਅਲੱਗ ਅਲੱਗ ਭਾਸ਼ਾ ਨੇ। ਕਹਿੰਦਾ ਭਾਸ਼ਾ ਸਾਰੀਆਂ ਸਿੱਖੋ, ਲੇਕਿਨ ਜੋ ਤੁਹਾਡੀ ਆਪਦੀ ਭਾਸ਼ਾ ਪੰਜਾਬੀ ਹੈ ਉਸ ਨੂੰ ਨਾ ਭੁੱਲੋ। ਰਾਣੀ ਹੈ ਪੰਜਾਬੀ ਬੋਲੀ, ਇਸ ਦੀ ਸ਼ਾਨ ਵਧਾਓ। ਕਿ ਜੋ ਪੰਜਾਬੀ ਬੋਲੀ ਹੈ ਉਹ ਕੀ ਹੈ, ਪੰਜਾਬੀਆਂ ਦੀ ਸਭ ਦੀ ਸ਼ਾਨ ਹੈ, ਰਾਣੀ ਹੈ, ਅਤੇ ਸਾਨੂੰ ਉਸ ਦੀ ਸ਼ਾਨ ਨੂੰ ਵਧਾਉਣਾ ਚਾਹੀਦਾ, ਨਾ ਕਿ ਘਟਾਉਣਾ ਚਾਹੀਦਾ ਹੈ। ਹੋਰਾਂ ਦੀਆਂ ਅਸੀਂ ਸਿਫਤਾਂ ਕਰੀਏ, ਆਪਣੀ ਥੱਲੇ ਲਾਉਂਦੇ, ਮਾਂ ਬੋਲੀ ਜਿਹੜੀ ਉੱਚੀ ਭਾਸ਼ਾ ਨੀਵੀਂ ਇਸ ਨੂੰ ਬਣਾਉਂਦੇ। ਕਹਿੰਦੇ ਹੋਰਾਂ ਦੀ ਆਪਾਂ ਹੋਰ ਲੈਂਗੁਏਜ ਦੀ ਤਾਂ ਹੋਰ ਭਾਸ਼ਾਵਾਂ ਦੀ ਤਾਂ ਆਪਾਂ ਸਿਫਤਾਂ ਕਰਦੇ ਹਾਂ, ਤਾਰੀਫ ਕਰਦੇ ਹਾਂ। ਸਿਫਤਾਂ ਹੁੰਦੀ ਤਾਰੀਫ ਕਰਨਾ, ਕਿ ਆਪਾਂ ਹੋਰ ਭਾਸ਼ਾ ਦੀ ਜਿਵੇਂ ਇੰਗਲਿਸ਼ ਦੀ ਆਪਾਂ ਇੰਨੀ ਤਾਰੀਫ ਕਰਦੇ ਹਾਂ ਕਿ ਬਈ ਉਹ ਬੰਦਾ ਬਹੁਤ ਸੋਹਣੀ ਇੰਗਲਿਸ਼ ਬੋਲਦਾ ਹੈ। ਕੋਈ ਹਿੰਦੀ ਦੀ ਤਾਰੀਫ ਕਰਦੇ ਹਾਂ ਉਸੀ ਤਰ੍ਹਾਂ। ਲੇਕਿਨ ਕੀ ਤੁਸੀਂ ਹੋਰ ਭਾਸ਼ਾ ਦੀ ਤਾਂ ਤਾਰੀਫ ਕਰਦੇ ਹੋ, ਲੇਕਿਨ ਜੋ ਆਪਣੀ ਭਾਸ਼ਾ ਉਹਨੂੰ ਕੀ ਤੁਸੀਂ ਥੱਲੇ ਲਾਉਂਦੇ, ਯਾਨੀ ਕਿ ਉਹਨਾਂ ਨੂੰ ਬੇਕਦਰੀ ਕਰਦੇ ਹੋ। ਮਾਂ ਬੋਲੀ ਜਿਹੜੀ ਉੱਚੀ ਭਾਸ਼ਾ ਇਸ ਨੂੰ ਨੀਵੀਂ ਇਹਨੂੰ ਬਣਾਉਂਦੇ। ਕਹਿੰਦੇ ਅਸੀਂ ਹੋਰ ਭਾਸ਼ਾ ਨੂੰ ਸਿੱਖ ਕੇ ਆਪਣੀ ਭਾਸ਼ਾ ਦੀ ਬੇਕਦਰੀ ਕਰਕੇ ਆਪਾਂ ਦੂਸਰੀ ਬੋਲੀ ਦੀ ਤਾਂ ਆਪਾਂ ਉਹਨਾਂ ਨੂੰ ਤਾਂ ਉੱਚਾ ਚੱਕ ਦਿੰਦੇ ਹਾਂ ਅਤੇ ਦੂਸਰੀ ਬੋਲੀ ਨੂੰ ਆਪਣੀ ਭਾਸ਼ਾ ਨੂੰ ਨੀਵਿਆਂ ਕਰ ਦਿੰਦੇ ਹਾਂ। ਮਾਂ ਬੋਲੀ ਜਿਹੜੀ ਉੱਚੀ ਭਾਸ਼ਾ, ਜਿਹੜੀ ਕਵੀ ਕਹਿ ਰਿਹਾ ਹੈ ਜਿਹੜੀ ਮਾਂ ਬੋਲੀ ਹੈ ਪੰਜਾਬੀ, ਉਹ ਉੱਚੀ ਭਾਸ਼ਾ ਹੈ, ਉਸ ਨੂੰ ਨੀਵਾਂ ਨਹੀਂ ਬਣਾਉਣਾ ਚਾਹੀਦਾ। ਗੁਰੂ ਗ੍ਰੰਥ ਇਹਦੇ ਵਿੱਚ ਲਿਖਿਆ, ਦੂਰ ਨਾ ਇਸ ਤੋਂ ਜਾਓ, ਰਾਣੀ ਹੈ ਪੰਜਾਬੀ ਬੋਲੀ, ਇਸ ਦੀ ਸ਼ਾਨ ਵਧਾਓ। ਕਹਿੰਦੇ ਜੋ ਸਾਡਾ ਪਵਿੱਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਉਹ ਵੀ ਪੰਜਾਬੀ ਦੇ ਵਿੱਚ ਹੀ ਲਿਖਿਆ ਗਿਆ ਹੈ, ਇਸ ਤੋਂ ਦੂਰ ਨਾ ਭੱਜੋ। ਠੀਕ ਹੈ। ਰਾਣੀ ਹੈ ਪੰਜਾਬੀ ਬੋਲੀ, ਇਸ ਦੀ ਸ਼ਾਨ ਵਧਾਓ। ਕਿ ਜੋ ਪੰਜਾਬੀ ਬੋਲੀ ਹੈ ਉਹ ਰਾਣੀ ਦੇ ਸਮਾਨ ਹੈ, ਸਾਨੂੰ ਉਸ ਦੀ ਸ਼ਾਨ ਨੂੰ ਵਧਾਉਣਾ ਚਾਹੀਦਾ, ਸ਼ਾਨ ਇੱਜ਼ਤ ਨੂੰ ਵਧਾਉਣਾ ਚਾਹੀਦਾ ਹੈ, ਨਾ ਕਿ ਘਟਾਉਣਾ ਚਾਹੀਦਾ ਹੈ। ਸੂਫੀ ਸੰਤਾਂ ਗੁਰੂਆਂ ਭਗਤਾਂ ਇਹ ਬੋਲੀ ਅਪਣਾਈ, ਕਾਦਰ ਯਾਰ ਅਤੇ ਬੁੱਲੇ ਹਾਸ਼ਮ ਇਸ ਦੀ ਵਿੱਚ ਧਾਕ ਜਮਾਈ। ਕਹਿੰਦੇ ਜੋ ਸੂਫੀ ਸੰਤ ਨੇ ਗੁਰੂ ਹੈ, ਉਹਨਾਂ ਸਾਰਿਆਂ ਨੇ ਕੀ ਹੈ, ਸਭ ਨੇ ਪੰਜਾਬੀ ਬੋਲੀ ਨੂੰ ਅਪਣਾਇਆ ਹੈ ਅਤੇ ਪੰਜਾਬੀ ਬੋਲੀ ਦੇ ਵਿੱਚ ਆਪਣੀ ਆਪਣੀ ਰਚਨਾ ਵੀ ਕੀਤੀ ਹੈ। ਕਾਦਰ ਯਾਰ ਅਤੇ ਬੁੱਲੇ ਹਾਸ਼ਮ। ਹੁਣ ਜੇ ਕਾਦਰ ਯਾਰ ਅਤੇ ਬੁੱਲੇ ਹਾਸ਼ਮ ਕੀ ਨੇ, ਇਹ ਇੱਕ ਕਵੀ ਦਾ ਨਾਮ ਹੈ ਤਿੰਨਾਂ ਦਾ। ਕਿ ਇਹਨਾਂ ਨੇ ਕੀ ਹੈ, ਇਹਨਾਂ ਨੇ ਵੀ ਆਪਣੀ ਪੰਜਾਬੀ ਖੇਤਰ ਵਿੱਚ ਇਹਨਾਂ ਨੇ ਆਪਣੀ ਧਾਕ ਜਮਾਈ, ਯਾਨੀ ਕਿ ਆਪਣੀ ਅਲੱਗ ਪਹਿਚਾਣ ਬਣਾਈ। ਇਹਨਾਂ ਨੇ ਕਾਦਰ ਯਾਰ ਬੁੱਲੇ ਹਾਸ਼ਮ ਨੇ ਆਪਣੀ ਪੰਜਾਬੀ ਖੇਤਰ ਵਿੱਚ ਆਪਣੀ ਅਲੱਗ ਹੀ ਸ਼ਾਨ ਬਣਾਈ ਹੈ। ਉਹਨਾਂ ਨੇ ਆਪਣੀ ਭਾਸ਼ਾ ਨੂੰ ਪੰਜਾਬੀ ਦੇ ਵਿੱਚ ਰਚਨਾ ਕਰਕੇ ਸਭ ਦੇ ਅੱਗੇ ਪ੍ਰਗਟ ਕੀਤਾ ਹੈ। ਬੋਲੀ ਜਾਨ ਬੇਗਾਨੇ, ਇਸ ਨੂੰ ਕਦਰ ਆਪਣੀ ਅਪਣਾਓ, ਰਾਣੀ ਹੈ ਪੰਜਾਬੀ ਬੋਲੀ, ਦੀ ਸ਼ਾਨ ਵਧਾਓ। ਕਹਿੰਦੇ ਬੋਲੀ ਜਾਣਦੇ ਬੇਗਾਨੇ ਜੋ ਜਿੰਨੇ ਵੀ ਹੈ ਦੂਸਰੇ ਨੇ, ਹੋਰ ਭਾਸ਼ਾ ਬੋਲੋ, ਲੇਕਿਨ ਕਦਰ ਆਪਣੀ ਪਾਓ। ਕਹਿੰਦਾ ਆਪਣੀ ਕਦਰ ਵੀ ਸਾਨੂੰ ਆਪਣੀ ਬੋਲੀ ਦੀ ਵੀ ਕਦਰ ਕਰਨੀ ਚਾਹੀਦੀ ਹੈ। ਇਹ ਨਹੀਂ ਕਿ ਆਪਾਂ ਦੂਸਰੀ ਭਾਸ਼ਾ ਨੂੰ ਸਿੱਖੀ ਜਾਈਏ ਅਤੇ ਆਪਣੀ ਭਾਸ਼ਾ ਨੂੰ ਭੁੱਲਦੇ ਜਾਈਏ। ਰਾਣੀ ਹੈ ਪੰਜਾਬੀ ਬੋਲੀ, ਇਸ ਦੀ ਸ਼ਾਨ ਵਧਾਓ। ਸਕੂਲ ਦਫਤਰਾਂ ਵਿੱਚ ਘਰਾਂ ਦੇ ਪੰਜਾਬੀ ਹੀ ਅਪਣਾਈਏ, ਰਲਵੀ ਮਿਲਵੀ ਹੋਰ ਭਾਸ਼ਾਵਾਂ ਰਲਗੱਡ ਨਾ ਬਣਾਈਏ। ਕਹਿੰਦੇ ਸਕੂਲਾਂ ਦੇ ਵਿੱਚ, ਦਫਤਰਾਂ ਦੇ ਵਿੱਚ, ਘਰਾਂ ਦੇ ਵਿੱਚ
ਸਾਰੇ ਪਾਸੇ ਕੀ ਹੈ, ਆਪਾਂ ਪੰਜਾਬੀ ਭਾਸ਼ਾ ਨੂੰ ਅਪਣਾਉਂਦੇ ਹਾਂ। ਆਪਾਂ ਘਰ ਦੇ ਵਿੱਚ ਵੀ ਪੰਜਾਬੀ ਬੋਲਦੇ ਹਾਂ, ਕਈ ਵਾਰ ਸਕੂਲ ਵਿੱਚ ਵੀ ਕਈ ਵਾਰ ਪੰਜਾਬੀ ਵਰਡ ਯੂਜ਼ ਕਰਦੇ ਹਾਂ। ਲੇਕਿਨ ਕਹਿੰਦਾ ਸਾਰੀ ਭਾਸ਼ਾ ਨੂੰ ਤਾਂ ਬੋਲਦੇ ਹਾਂ, ਪਰ ਰਲਵੀ ਮਿਲਵੀ ਭਾਸ਼ਾ ਨਹੀਂ, ਮਿਕਸ ਭਾਸ਼ਾ ਆਪਾਂ ਬੋਲਦੇ ਹਾਂ। ਲੇਕਿਨ ਸਾਨੂੰ ਰਲਗੱਡ ਨਾ ਬਣਾਈਏ, ਯਾਨੀ ਕਿ ਸਾਨੂੰ ਰਲਗੱਡ ਹੁੰਦਾ ਮਿਕਸ, ਸਾਨੂੰ ਇੱਕ ਬੋਲੀ ਨੂੰ ਅਪਣਾਉਣਾ ਚਾਹੀਦਾ ਹੈ। ਚਾਹੇ ਤੁਸੀਂ ਕੋਈ ਵੀ ਬੋਲੀ ਨੂੰ ਅਪਣਾਓ, ਇੱਕ ਬੋਲੀ ਨੂੰ ਅਪਣਾਉਣਾ ਚਾਹੀਦਾ ਹੈ। ਸਾਨੂੰ ਸਾਰੀ ਭਾਸ਼ਾਵਾਂ ਦਾ ਰਲਗੱਡ ਯਾਨੀ ਕਿ ਰਲਵੀ ਮਿਲਵੀ ਮਿਕਸ ਭਾਸ਼ਾ ਨੂੰ ਨਹੀਂ ਕਰਨਾ ਚਾਹੀਦਾ, ਯਾਨੀ ਕਿ ਸਾਰੀ ਭਾਸ਼ਾ ਨੂੰ ਮਿਕਸ ਨਹੀਂ ਕਰਨਾ ਚਾਹੀਦਾ। ਸਾਨੂੰ ਇੱਕ ਭਾਸ਼ਾ ਨੂੰ ਹੀ ਬੋਲਣੀ ਚਾਹੀਦੀ ਹੈ। ਮਾਤ ਭਾਸ਼ਾ ਅਮੁੱਲਾ ਗਹਿਣਾ, ਜੋ ਸਾਡੀ ਮਾਤ ਭਾਸ਼ਾ ਹੈ ਉਹ ਅਮੁੱਲਾ ਗਹਿਣਾ ਹੈ। ਯਾਨੀ ਕਿ ਅਮੁੱਲਾ ਕੀ ਹੁੰਦਾ ਹੈ, ਜਿਸ ਬਹੁਤ ਕੀਮਤੀ, ਜਿਹਦਾ ਕੋਈ ਮੁੱਲ ਨਾ, ਜੋ ਖਰੀਦਿਆ ਨਾ ਜਾ ਸਕੇ। ਮਾਤ ਭਾਸ਼ਾ ਅਮੁੱਲਾ ਗਹਿਣਾ, ਕਿ ਸਾਡੀ ਜੋ ਮਾਤ ਭਾਸ਼ਾ ਹੈ ਉਹ ਬਹੁਤ ਕੀਮਤੀ ਹੈ। ਗੱਲ ਦਾ ਹਾਰ ਬਣਾਓ, ਕਿ ਉਸਨੂੰ ਅਪਣਾਓ ਅਤੇ ਆਪਣੀ ਗੱਲ ਦਾ ਹਾਰ ਬਣਾਓ। ਰਾਣੀ ਹੈ ਪੰਜਾਬੀ ਬੋਲੀ, ਇਸ ਦੀ ਸ਼ਾਨ ਵਧਾਓ। ਕਹਿਣ ਦਾ ਭਾਵ ਹੈ ਜੋ ਪੰਜਾਬੀ ਭਾਸ਼ਾ ਹੈ ਉਹ ਬਹੁਤ ਹੀ ਕੀਮਤੀ ਗਹਿਣਾ ਹੈ। ਸਾਨੂੰ ਉਸਨੂੰ ਬੋਲ ਕੇ, ਮਿੱਠੀ ਬਾਣੀ ਬੋਲ ਕੇ ਸਭ ਦਾ ਦਿਲ ਜਿੱਤਣਾ ਚਾਹੀਦਾ ਹੈ, ਸਭ ਦੇ ਗੱਲ ਦਾ ਹਾਰ ਬਣਨਾ ਚਾਹੀਦਾ ਹੈ। ਰਾਣੀ ਹੈ ਪੰਜਾਬੀ ਬੋਲੀ, ਇਸ ਦੀ ਸ਼ਾਨ ਵਧਾਓ, ਕਿ ਪੰਜਾਬੀ ਬੋਲੀ ਕੀ ਹੈ, ਰਾਣੀ ਹੈ। ਇਸ ਨੂੰ ਬੋਲ ਕੇ ਸਾਨੂੰ ਇਸ ਦੀ ਸ਼ਾਨ ਨੂੰ ਵਧਾਉਣਾ ਚਾਹੀਦਾ ਹੈ। ਅੱਖਾਂ ਇਸ ਤੋਂ ਫੇਰੀ ਜਾਂ ਨਾ ਹੋ ਇਸ ਤੋਂ ਦੂਰ, ਪੜ੍ਹੋ ਲਿਖੋ ਪੰਜਾਬੀ ਬੋਲੋ ਬਣਾਓ ਪੱਕਾ ਦਸਤੂਰ। ਕਹਿ ਅੱਖਾਂ ਇਸ ਤੋਂ ਫੇਰੀ, ਇਹ ਕੀ ਹੈ, ਤੁਹਾਡਾ ਇੱਕ ਮੁਹਾਵਰਾ ਹੈ, ਜਿਸ ਦਾ ਅਰਥ ਤੁਸੀਂ ਨੀਚੇ ਦੇਖ ਰਹੇ ਹੋ ਕਿ ਕਿਸੇ ਦੇ ਮੂੰਹ ਮੋੜ ਲੈਣਾ, ਪਰੇ ਹਟ ਜਾਣਾ, ਜਿਸ ਦਾ ਅਰਥ ਹੈ। ਕਹਿੰਦਾ ਅੱਖਾਂ ਇਸ ਤੋਂ ਫੇਰੀ, ਯਾਨੀ ਸਾਨੂੰ ਇਸ ਤੋਂ ਨਾ ਤਾਂ ਹੋ ਨਾ ਇਸ ਤੋਂ ਦੂਰ, ਯਾਨੀ ਕਿ ਸਾਨੂੰ ਪੰਜਾਬੀ ਭਾਸ਼ਾ ਨੂੰ ਅਪਣਾਓ, ਨਾ ਕਿ ਉਸ ਤੋਂ ਦੂਰ ਜਾਓ, ਇਸ ਤੋਂ ਦੂਰ ਇਸ ਨੂੰ ਪਰੇ ਨਹੀਂ ਕਰਨਾ। ਪੜ੍ਹੋ ਲਿਖੋ ਪੰਜਾਬੀ ਬੋਲੋ ਪੱਕਾ ਦਸਤੂਰ ਬਣਾਓ। ਕਹਿੰਦਾ ਪੜ੍ਹੋ, ਪੰਜਾਬੀ ਭਾਸ਼ਾ ਨੂੰ ਪੜ੍ਹੋ ਵੀ, ਲਿਖੋ ਵੀ ਅਤੇ ਆਪਣਾ ਪੱਕਾ ਦਸਤੂਰ ਬਣਾਓ। ਉਹ ਪੰਜਾਬੀ ਦੇ ਵਾਰਸੋਂ ਇਸ ਦਾ ਮਾਣ ਵਧਾਓ। ਕਹਿੰਦੇ ਪੰਜਾਬੀ ਦੇ ਵਾਰਸੋਂ ਕਿਹਨਾਂ ਨੂੰ ਕਿਹਾ ਗਿਆ ਹੈ, ਜੋ ਪਹਿਲਾਂ ਦੇ ਕਵੀ ਸੀ, ਉਹਨਾਂ ਨੇ ਤਾਂ ਆਪਣੀ ਭਾਸ਼ਾ ਨੂੰ, ਆਪਣੀ ਰਚਨਾ ਕਰਕੇ ਸਾਡੇ ਅੱਗੇ ਪ੍ਰਗਟ ਕੀਤਾ ਹੈ। ਸਾਡੇ ਵਰਗੇ ਪੰਜਾਬੀ ਬੋਲੀ ਨੇ, ਪੰਜਾਬੀ ਲੋਕਾਂ ਨੂੰ ਆਖਿਆ ਗਿਆ ਹੈ ਕਿ ਜਿਹੜੇ ਪੰਜਾਬੀ ਲੋਕ ਵੀ ਕਈ ਵਾਰ ਅੱਜ ਦੇ ਜ਼ਮਾਨੇ ਦੇ ਵਿੱਚ ਹਿੰਦੀ ਬੋਲਦੇ ਆ, ਇੰਗਲਿਸ਼ ਬੋਲਦੇ ਆ, ਉਹਨਾਂ ਨੂੰ ਆਖ ਰਿਹਾ ਕਵੀ ਕਿ ਉਹ ਪੰਜਾਬੀ ਵਾਰਸੋਂ, ਸਾਨੂੰ ਪੰਜਾਬੀ ਅਪਣਾਓ, ਆਪਣੀ ਪੰਜਾਬੀ ਭਾਸ਼ਾ ਨੂੰ ਨਾ ਭੁੱਲੋ ਅਤੇ ਸਾਨੂੰ ਇਸ ਦਾ ਮਾਣ ਵਧਾਓ ਪੰਜਾਬੀ ਨੂੰ, ਕਿਉਂਕਿ ਜੋ ਸਾਡੀ ਪੰਜਾਬੀ ਬੋਲੀ ਹੈ ਉਹ ਰਾਣੀ ਹੈ, ਸਾਨੂੰ ਉਸ ਦੀ ਸ਼ਾਨ ਵਧਾਉਣੀ ਚਾਹੀਦੀ ਹੈ। ਭਾਵ ਇਹ ਹੈ ਕਿ ਸਾਨੂੰ ਸਾਰੀ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ, ਲੇਕਿਨ ਆਪਣੀ ਭਾਸ਼ਾ ਨੂੰ ਨਹੀਂ ਭੁੱਲਣਾ ਚਾਹੀਦਾ। ਜੋ ਸਾਡੀ ਪੰਜਾਬੀ ਮਾਤ ਭਾਸ਼ਾ ਹੈ ਉਸ ਨੂੰ ਬਿਲਕੁਲ ਵੀ ਨਹੀਂ ਭੁੱਲਣਾ ਚਾਹੀਦਾ। ਬੱਚਿਓ, ਇਹ ਸੀ ਤੁਹਾਡੀ ਕਵਿਤਾ ਮਾਂ ਬੋਲੀ ਪੰਜਾਬੀ। ਅਗਰ ਤੁਹਾਨੂੰ ਇਸ ਦੇ ਵਿੱਚ ਕੋਈ ਸਟੈਂਜਾ ਨਾ ਸਮਝ ਆਇਆ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਥੈਂਕ ਯੂ।